ਅਸੀਂ ਦਸੂਹੇ ਸ਼ਹਿਰ ਦੇ ਵਿੱਚ ਹਾਂ ਜੀ ਇਸ ਵਕਤ। ਇੱਥੋਂ ਦੀ ਇੱਕ 13 ਨੰਬਰ ਵਾਰਡ ਦੇ ਵਿੱਚ ਇਹ ਸਰਦਾਰ ਅਮਰਜੀਤ ਸਿੰਘ ਦਾ ਘਰ ਹੈ ਤੇ ਜਿਨ੍ਹਾਂ ਦੀ ਕਿ ਇਸ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਇੱਥੇ ਲੱਗੀ ਹੈ। ਸੋ ਅਸੀਂ ਉਹਨਾਂ ਦੇ ਪਰਿਵਾਰ 'ਚ ਪਹੁੰਚੇ ਹਾਂ ਇਸ ਵਕਤ। ਇਹ ਤਸਵੀਰ ਹੈ ਜੀ ਉਹਨਾਂ ਦੀ। ਖੇਤੀਬਾੜੀ ਨਹੀਂ ਸੀ ਕਰਦੇ ਪਰ ਹੋਰ ਉਹਨਾਂ ਦੇ ਨਾਲ ਆਪਣੇ ਆਂਢ ਗੁਆਂਢ ਦੇ ਨਾਲ ਮਿਲ ਕੇ ਦਿੱਲੀ ਗਏ ਸਨ ਤੇ ਫਿਰ ਇਹਨੂੰ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸੋ ਦੁਕਾਨ ਕਰਿਆਨੇ ਦੀ ਦੁਕਾਨ ਕਰਦੇ ਸੀ ਇੱਥੇ ਦਸੂਹੇ 'ਚ। ਸੋ ਅਸੀਂ ਥੋੜ੍ਹੀ ਜਾਣਕਾਰੀ ਹਾਸਲ ਕਰਦੇ ਭੈਣ ਜੀ ਹੋਰਾਂ ਕੋਲੋਂ। ਭੈਣ ਜੀ ਕੀ ਨਾਮ ਜੀ ਤੁਹਾਡਾ? ਮੇਰਾ ਜਸਪਾਲ ਕੌਰ। ਆਪਣਾ ਭਾਈ ਸਾਹਿਬ ਕਿਵੇਂ ਮਤਲਬ ਪਹਿਲੀ ਵਾਰੀ ਗਏ ਸੀ ਏਦਾਂ ਮੋਰਚੇ ਤੇ? ਹਾਂਜੀ ਪਹਿਲੀ ਵਾਰੀ ਗਈ ਸੀ। ਅੱਛਾ, ਤੇ ਇੱਥੋਂ ਕੋਈ ਸੰਗਤ ਹੋਰ ਵੀ ਇਕੱਠੀ ਹੋ ਕੇ ਗਈ ਸੀ? ਹਾਂਜੀ। ਤੇ ਕੀ ਪ੍ਰੋਬਲਮ ਕੀ ਆਈ, ਕਦੋਂ ਕੁ ਗਏ ਸੀ ਇੱਥੋਂ? ਇੱਥੋਂ 27 ਤਰੀਕ ਸਵੇਰੇ ਚਲੇ ਗਏ ਨੇ ਅੱਛਾ ਤੇ ਹਫਤੇ ਵਾਸਤੇ ਗਏ ਸੀ ਅੱਛਾ ਤੇ 29 ਨੂੰ ਵਾਪਸ ਆ ਗਏ। ਬਿਮਾਰ ਹੋ ਗਏ ਫਿਰ 29 ਨੂੰ ਵਾਪਸ ਆ ਗਏ ਨੇ। 11 ਕੋਈ ਆਏ ਨੇ 11:30 ਤੇ ਪੂਰੇ ਹੋ ਗਏ ਨੇ ਆਣ ਕੇ ਰਾਤ ਨੂੰ 8 ਵਜੇ। ਤੇ ਕੀ ਮਤਲਬ ਸਰੀਰ ਢਿੱਲਾ ਮੱਠਾ ਜਿਹਾ ਸੀਗਾ ਜਦੋਂ ਆਏ? ਢਿੱਲਾ ਮੱਠਾ ਸੀ। ਹਾਂਜੀ। ਕੋਈ ਦਵਾ ਦਾਰੂ ਕੀਤਾ ਫਿਰ ਉਹਨਾਂ ਦਾ? ਹਾਂਜੀ ਕੀਤਾ ਸੀ। ਅੱਛਾ ਲਿਆਂਦੀ ਸੀ ਦਵਾਈ। ਅੱਛਾ, ਉਹ ਘਰੇ ਹੀ ਸੀਗੇ? ਹਾਂਜੀ ਘਰ ਸੀ, ਪੂਰੇ ਵੀ ਘਰ ਹੀ ਹੋਏ ਨੇ। ਅੱਛਾ, ਉਹਨਾਂ ਨੂੰ ਦੱਸਿਆ ਨਹੀਂ ਕਿ ਮੈਨੂੰ ਜ਼ਿਆਦਾ ਤਕਲੀਫ ਆ ਜਾਂ ਕੁਛ ਏਦਾਂ? ਠੰਡ ਕਹਿੰਦੇ ਸੀ ਬਸ। ਹਾਂਜੀ ਠੰਡ ਕਹਿੰਦੇ, ਠੰਡ ਲੱਗ ਗਈ ਮੈਨੂੰ ਉੱਥੋਂ। ਅੱਛਾ, ਹਾਂਜੀ। ਤੇ ਤੁਹਾਡੀ ਕੋਈ ਖੇਤੀ ਹੈਗੀ, ਕੋਈ ਖੇਤੀਬਾੜੀ ਪੈਲੀ ਕੁਛ? ਨਹੀਂ ਹੈ। ਤੇ ਕੀ ਕਾਰੋਬਾਰ ਕਰਦੇ ਸੀ ਆਪਣਾ ਇੱਥੇ? ਮਾੜਾ ਮੋਟਾ ਦੁਕਾਨ ਹੀ ਕਰਿਆਨੇ ਦੀ ਮਿਆਣੀ ਰੋਡ ਤੇ। ਅੱਛਾ, ਹਾਂਜੀ। ਸੋ ਕਰਿਆਨੇ ਦੀ ਦੁਕਾਨ ਕਰਦੇ ਸੀ। ਤੇ ਕਿੰਨੇ ਭਰਾ ਭੈਣਾਂ ਨੇ ਇਹਨਾਂ ਦੇ? 7 ਭੈਣ ਭਰਾ ਨੇ। ਅੱਛਾ ਜੀ। ਹਾਂਜੀ। ਭੈਣਾਂ ਵੀ ਬਾਹਰ ਹੀ ਨੇ ਤਿੰਨੇ ਇਹਨਾਂ ਦੀਆਂ। ਅੱਛਾ, ਭਰਾ ਵੀ ਦੋਨੇ ਬਾਹਰ ਨੇ। ਭਰਾ ਵੀ ਬਾਹਰ। ਹਾਂਜੀ। ਤੇ ਇਹ ਘਰ ਜਿਹੜਾ ਇਹ ਦੂਸਰੇ ਭਰਾਵਾਂ ਦਾ ਪਿੱਛੇ ਜਿਹੜਾ? ਹਾਂਜੀ ਵੱਡਿਆਂ ਦਾ। ਅੱਛਾ, ਤੇ ਤੁਸੀਂ ਫਿਰ ਇੱਥੇ ਰਹਿੰਦੇ ਹੋ? ਹਾਂਜੀ। ਤੇ ਤੁਸੀਂ ਤੁਹਾਡਾ ਕਿਹੜਾ ਇੱਥੇ ਪੋਰਸ਼ਨ ਜਿੱਥੇ ਤੁਸੀਂ ਰਹਿੰਦੇ ਹੋ? ਚਲੋ ਕਹਿੰਦੇ ਵਿੱਚੇ ਹੀ ਰਲ ਮਿਲ ਕੇ ਰਵਾਂਗੇ। ਅੱਛਾ ਹੁਣ ਜੀ। ਤੇ ਇਹੀ ਕਹਿੰਦੇ ਨੇ, ਹੁਣ ਵੇਖੋ ਅੱਗੋਂ ਆਉਣ ਵਾਲੇ ਟਾਈਮ ਦਾ। ਬੱਚਿਆਂ ਦਾ ਵੀ ਕਹਿੰਦੇ ਸੋਚਾਂਗੇ। ਅੱਛਾ, ਹਾਂਜੀ। ਤੇ ਵੈਸੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਕਿ ਕਿਤੇ ਹੋਰ ਪਿੰਡ ਆਪਣਾ ਪਿੱਛੋਂ? ਪਿੱਛੋਂ ਇਹਨਾਂ ਦਾ ਪਿੰਡ ਕੈਰੇ। ਅੱਛਾ, ਕੈਰੋ ਤੋਂ ਉੱਠ ਕੇ ਆਏ ਨੇ ਇੱਥੇ। ਅੱਛਾ। ਹਾਂਜੀ। ਤੇ ਕਿੰਨੇ ਕੁ ਸਾਲਾਂ ਤੋਂ ਇੱਥੇ ਦੁਕਾਨ ਵਗੈਰਾ ਕਦੋਂ ਤੋਂ ਕਰਦੇ ਪਏ ਇੱਥੇ? ਕਾਫੀ ਚਿਰ ਹੀ ਹੋ ਚੱਲਿਆ। ਸੋ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਇਹ ਵੀ ਮਾਮਲਾ ਜਿਹੜਾ ਸਾਡੇ ਸਾਹਮਣੇ ਹੈ ਜੀ। ਕਿ ਕੋਈ ਅਗਵਾਈ ਨਹੀਂ ਹੈਗੀ ਪਰ ਕਰਿਆਨੇ ਦੀ ਦੁਕਾਨ ਕਰਦੇ ਸਨ ਪਰ ਸੰਘਰਸ਼ ਤੇ ਗਏ ਨੇ ਤੇ ਉੱਥੋਂ ਹੀ ਜਿਵੇਂ ਕਿ ਹੋਰ ਕਈ ਸਾਰੇ ਕੇਸਾਂ 'ਚ ਇਵੇਂ ਹੋਇਆ ਕਿ ਇਨਫੈਕਸ਼ਨ ਵੱਧ ਗਈ, ਨਮੂਨੀਆ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਉਸੇ ਦਿਨ ਹੀ ਰਾਤ ਨੂੰ ਕਿੰਨੇ ਕੁ ਵਜੇ ਭੈਣ ਜੀ? 8-5 ਤੇ ਪੂਰੇ ਹੋ ਗਏ ਸੀ। ਅੱਛਾ, ਤੇ ਕੀ ਕੋਈ ਸਾਹ ਲੈਣ ਦੀ ਮੁਸ਼ਕਲ ਆ ਰਹੀ ਸੀ ਜਾਂ ਕੀ? ਸੋ ਉਸੇ ਦਿਨ ਹੀ ਸਵੇਰੇ ਆਏ ਨੇ, ਦੱਸਦੇ ਨੇ ਕਿ 11 ਕੁ ਵਜੇ ਨਾਲ ਤੇ ਰਾਤ 8 ਕੁ ਵਜੇ ਦੇ ਕਰੀਬ ਜਿਹੜਾ ਹੈ ਉਹ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਹੁਣ ਇੱਕ ਬੇਟਾ ਹੈ ਇਹਨਾਂ ਦਾ ਸਾਹਮਣੇ ਸਾਡੇ ਬੈਠਾ ਹੋਇਆ ਤੇ 2 ਬੇਟੀਆਂ ਨੇ। ਇੱਕ ਬੇਟੀ ਵਿਆਹੀ ਹੈ ਤੇ ਦੂਸਰੀ ਬੇਟੀ ਉਹ ਵੀ ਅਜੇ ਛੋਟੀ ਹੈ ਨਾ। ਹਾਂ, ਸੋ ਬੱਚੇ ਪੜ੍ਹਦੇ ਨੇ ਭੈਣ ਜੀ? ਹਾਂਜੀ ਛੋਟੇ ਬੱਚੇ ਪੜ੍ਹਦੇ ਨੇ ਦੋਨੇ। ਅੱਛਾ ਜੀ, ਕਿਹੜੀ ਕਲਾਸ ਨੇ ਜੀ? ਬੇਟਾ 7ਵੀਂ 'ਚ, ਬੇਟੀ 10ਵੀਂ 'ਚ। ਅੱਛਾ, ਤੇ ਵੱਡੀ ਬੇਟੀ ਦੀ ਮੈਰਿਜ ਹੋ ਗਈ? ਹਾਂਜੀ। ਸੋ ਕਾਫੀ ਜ਼ਿੰਮੇਵਾਰੀ ਵਾਲਾ ਸਮਾਂ ਭੈਣ ਜੀ ਹੋਰਾਂ ਵਾਸਤੇ। ਤੇ ਕਿਵੇਂ ਹੁਣ ਤੁਸੀਂ ਫਿਰ ਆਪਣਾ
ਗੁਜ਼ਾਰਾ ਵਗੈਰਾ ਕਿਵੇਂ ਚੱਲਦਾ ਪਿਆ, ਕਾਰੋਬਾਰ ਵਗੈਰਾ ਹੁਣ, ਕਿਉਂਕਿ ਦੁਕਾਨ ਵੀ ਭਾਈ ਸਾਹਿਬ ਵੀ ਕਰਦੇ ਸਨ? ਹੁਣ ਦੁਕਾਨ ਕਿਰਾਏ ਤੇ ਹੁਣ। ਅੱਛਾ, ਕਿਰਾਏ ਤੇ ਦਿੱਤੀ। ਹਾਂਜੀ। ਸੋ ਮੈਂ ਸਮਝਦਾ ਕਿ ਇਹ ਕਾਫੀ ਔਖਿਆਈਆਂ ਹੁੰਦੀਆਂ ਨੇ। ਠੀਕ ਹੈ, ਕਿਸਾਨੀ ਸੰਘਰਸ਼ ਦੇ ਜਿੰਦ ਚਾਹੇ ਲਿਖ ਕੇ ਲੱਗੀ ਹੈ, ਪਰ ਦੇਖੋ ਅੱਗੇ ਵੀ ਕਈ ਪਰਿਵਾਰ ਇਵੇਂ ਦੇ ਆਪਾਂ ਜਿਨ੍ਹਾਂ ਦੇ ਰੂਬਰੂ ਹੋਏ, ਜਾ ਕੇ ਮਿਲੇ ਆ, ਜਿਨ੍ਹਾਂ ਦੀ ਜ਼ਮੀਨ ਨਹੀਂ ਸੀ ਕੋਈ, ਤੇ ਇਹਨਾਂ ਦੇ ਤਾਂ ਬਿਲਕੁਲ ਹੀ ਕਾਰੋਬਾਰ ਵੀ ਕਰਿਆ ਨਹੀਂ ਦਾ। ਸੋ ਥੋੜੀ ਜਿਹੀ ਆਪਾਂ ਗੱਲਬਾਤ ਸੰਗਤ ਸਾਹਿਬ ਨਾਲ ਕਰਦੇ ਹਾਂ। ਸੰਗਤ ਸਾਹਿਬ, ਇਹ ਵੀ ਇੱਕ ਵੱਖਰਾ ਕੇਸ ਸਾਡੇ ਸਾਹਮਣੇ ਆਇਆ ਜੀ। ਹਾਂਜੀ, ਦੇਖੋ ਇਹ ਹਰ ਤਰ੍ਹਾਂ ਦੇ ਜਿੱਥੇ ਗਏ ਆ ਵੱਖਰੇ ਵੱਖਰੇ ਤਰ੍ਹਾਂ ਦੇ ਸਾਰੇ ਕੇਸ ਆ ਜੀ। ਮਤਲਬ ਦੂਏ ਦੀ ਇੱਕ ਦੂਏ ਦੀ ਕਾਰਬਨ ਕਾਪੀ ਨਹੀਂ ਹੈਗੇ। ਦੇਖੋ ਇਹੋ ਜਿਹੇ ਲੋਕ ਸੀਗੇ ਜਿਹਨਾਂ ਨੂੰ ਹਮਦਰਦੀ ਸੀ ਇਹਦੇ ਨਾਲ, ਜਾਂ ਇਹਦਾ ਕਹਿ ਦਈਏ ਵੀ ਦੋ ਪੱਖ ਆ ਜੀ। ਜਾਂ ਉਹਨਾਂ ਦੀ ਇਸ ਕਿਸਾਨ ਘੋਲ ਨਾਲ ਹਮਦਰਦੀ ਆ, ਪਿਛੋਕੜ ਜਿਹੜਾ ਆ ਉਹ ਕਿਸਾਨੀ ਨਾਲ, ਜਾਂ ਉਹ ਇਹਦਾ ਜਿਹੜੇ ਹੈਗੇ ਜਿਹੜੇ ਮਾਰੂ ਪ੍ਰਭਾਵ ਆ ਦੂਰ ਤੱਕ ਪੈਣ ਵਾਲੇ, ਉਹਨਾਂ ਨੂੰ ਸਮਝ ਗਏ ਵੀ ਇਹ ਵੱਡਾ ਹਿੱਸਾ ਜਿਹੜਾ ਹੈਗਾ ਵੀ ਦੁਕਾਨਦਾਰੀ ਤੇ ਵੀ ਆਉਣਾ ਇਹਨਾਂ ਨੇ, ਹੋਰ ਪਾਸਿਆਂ ਨੂੰ ਵੀ ਇਹ ਜਿਹੜੇ ਦੁਰਪ੍ਰਭਾਵ ਹੋਣਗੇ। ਜਾਂ ਉਹਨਾਂ ਨੂੰ ਇਹ ਲੱਗਦਾ ਜਿਨ੍ਹਾਂ ਵਿੱਚੋਂ ਇਹ ਲੋਕ ਆ ਜਿਹੜੇ ਇਹ ਸਾਰੇ ਗਏ ਆ, ਸ਼ਾਮਲ ਹੋਏ ਆ ਉੱਥੇ, ਮਤਲਬ ਉਹ ਮਾਘ ਦੀਆਂ ਠੰਡ ਦੀਆਂ ਰਾਤਾਂ ਜਿਹੜੀਆਂ ਸੀਆਂ ਉੱਥੇ, ਕਿਉਂਕਿ ਇਹੋ ਜਿਹੇ ਇੰਤਜ਼ਾਮ ਹੈ ਨਹੀਂ ਜਿਹੋ ਜਿਹੀ ਸਾਡੀ ਸਹੂਲਤ ਘਰਾਂ 'ਚ ਹੁੰਦੀ ਆ। ਹਾਂ, ਮਤਲਬ ਰਹਿਣ ਦੀ ਉਹੋ ਜਿਹੀਆਂ ਠੰਡ ਜਿੱਥੇ ਕਰਕੇ, ਜਾਂ ਕੋਈ ਹਾਰਟ ਨਾਲ ਮੌਤਾਂ ਹੋ ਗਈਆਂ ਤੇ ਕੁਛ ਵੀ ਗੱਲ ਹੁੰਦੀਆਂ ਨੇ ਜੀ। ਅੱਜ ਕੱਲ ਆਮ ਆਪਾਂ ਜ਼ਿਆਦਾ ਠੰਡਾਂ ਵਗੈਰਾ 'ਚ ਹੁਣ ਰਹਿਣ ਗਿੱਝੇ ਨਹੀਂ। ਪਹਿਲੇ ਸਮਿਆਂ 'ਚ ਹੁੰਦਾ ਸੀ ਕਿ ਸਰੀਰ ਤਗੜੇ ਹੁੰਦੇ ਸੀ, ਬਾਅਦ ਘੱਟ ਚੱਲ ਜਾਂਦੇ ਸੀ, ਪਰ ਹੁਣ ਆਪਾਂ ਘਰਾਂ 'ਚ ਆਰਾਮ 'ਚ ਰਹਿਣਾ ਗਿੱਝੇ ਜ਼ਿਆਦਾ। ਜਦੋਂ ਤੁਸੀਂ ਨਾ ਜੀ ਇੱਕ ਥਾਂ ਤੇ ਦੂਜੀ ਥਾਂ ਤੇ ਜਾਂਦੇ ਆ, ਸਰੀਰ ਨੂੰ ਉਹਦੇ ਮੁਤਾਬਕ ਐਡਜਸਟ ਹੋਣ ਨੂੰ ਟਾਈਮ ਲੱਗਦਾ ਵੀ ਉਹਦੇ ਮੁਤਾਬਕ ਐਡਜਸਟ ਹੋ ਜੇ। ਪਰ ਇਹ ਜਿਹੜੇ ਕੁਛ ਸੀਗੇ ਜਿੱਥੇ ਉੱਥੇ ਸਹੂਲਤ ਹੈ ਨਹੀਂ ਜੀ। ਹੁਣ ਜਾਂ ਤਾਂ ਥੱਲੇ ਟਰਾਲੀਆਂ ਦੇ ਸੜਕ ਦੇ ਉੱਤੇ ਜਿਹੜੇ ਪਏ ਆ, ਜਾਂ ਉਹ ਟਰਾਲੀਆਂ ਦੇ ਵਿੱਚ ਵੀ ਪਏ ਆ, ਉਹ ਵੀ ਲੋਹਾ ਇੰਨਾ ਠੰਡਾ ਹੋ ਜਾਂਦਾ ਸੀ ਤੇ ਦੂਸਰੇ ਮੌਸਮ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਜਿਹੜਾ ਜਿਹੜੀ ਠੰਡ ਹੋ ਜਾਂਦੀ ਸੀ ਉੱਥੇ। ਉਹ ਜਿਹੜਾ ਕੰਬਲਾਂ ਦਾ, ਰਜਾਈਆਂ ਦਾ ਹੁਣ ਜਾਂ ਉੱਥੇ ਨਵੇਂ ਜਿੱਦਾਂ ਗਏ ਹੁਣ ਹਫ਼ਤੇ ਲਈ ਗਏ ਸੀ ਉੱਥੇ, ਮਤਲਬ ਜਾਂ ਤਾਂ ਉੱਥੇ ਸੰਪਰਕ ਇਹੋ ਜਿਹਾ ਹੋ ਜਾਂਦਾ ਕਿਸੇ ਸੰਸਥਾ ਨਾਲ ਹੋ ਜਾਂਦਾ, ਜਿਹੜੇ ਟੈਂਟ ਵਗੈਰਾ ਦੇ ਵਿੱਚ ਚੱਲ ਜਾਂਦੇ। ਬਸ ਜੇ ਗੱਡੀ 'ਚ ਰਹੇ ਆ ਜੀ, ਗੱਡੀਆਂ ਦੇ ਵਿੱਚ ਵੀ ਉੱਥੇ ਤਾਂ ਤੁਹਾਨੂੰ ਦੇਖਿਆ ਹੀ ਅਸੀਂ ਉੱਥੇ ਹਾਲਤ ਇਹੋ ਜਿਹੀ ਹਾਲਤ ਵੀ ਹੁੰਦੀ ਆ ਵੀ ਜਦੋਂ ਤੁਸੀਂ ਬਾਹਰ ਗਏ ਆ ਇੰਨੀ ਤੇਜ਼ ਠੰਡੀ ਹਵਾ ਵਗਦੀ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਤੁਹਾਨੂੰ ਐਂ ਲੱਗਦਾ ਸੀ ਵੀ ਅਸੀਂ ਬਾਹਰੋਂ ਜਾ ਕੇ ਵੀ ਉੱਥੇ ਤੱਕ ਆਪਣੇ ਟੈਂਟ ਤੱਕ ਵੀ ਪਹੁੰਚ ਜਾਊਂਗੇ ਕਿ ਨਹੀਂ ਪਹੁੰਚ ਜਾਊਂਗੇ, ਇੰਨੀ ਠੰਡ ਸੀ। ਇਸ ਹਾਲਤਾਂ ਦੇ ਵਿੱਚ ਇਹ ਸੰਘਰਸ਼ ਆ ਜਿਹੜਾ ਲੜਿਆ ਜਾ ਰਿਹਾ, ਜਿਹਨੂੰ ਸਰਕਾਰਾਂ ਇਹ ਕਹਿੰਦੀਆਂ ਵੀ ਇਹ ਭੀੜਾਂ ਆ, ਮਤਲਬ ਇਹਨਾਂ ਨੂੰ ਕਿਸਾਨ ਅੰਦੋਲਨ ਨੂੰ, ਮਤਲਬ ਜਿਹੜੇ ਸਾਡੇ ਮੰਤਰੀ ਆ ਵੀ ਉਹ ਇਹੋ ਜਿਹਾ ਕਹਿੰਦੇ ਵੀ ਭੀੜਾਂ ਇਕੱਠੀਆਂ ਕਰਨਾ, ਕਾਨੂੰਨ ਨਹੀਂ ਵਾਪਸ ਹੋ ਜਾਂਦੇ, ਇਹੋ ਜਿਹੀ ਜਿਹੜੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਜਾ ਰਹੀ ਆ ਵੀ ਜਿਹੜੀ ਸਭ ਤੋਂ ਨਿੰਦਣਯੋਗ ਆ। ਤੇ ਇਸ ਕਰਕੇ ਅਸੀਂ ਕਹਿੰਦੇ ਵੀ ਇਹਨੂੰ ਹਲਕੇ 'ਚ ਲੈਣਾ, ਇਹਨਾਂ ਬੱਚਿਆਂ ਜਿਹੜੇ ਮੌਤਾਂ ਹੋਈਆਂ ਜਿਨ੍ਹਾਂ ਨੂੰ 16 ਸਾਲ ਦੇ ਬੱਚੇ ਮਰ ਗਏ, ਉੱਥੇ ਹੋਰ ਹੋਇਆ ਜੀ। ਆਹ ਹੁਣ ਜਿਹੜੀ ਹੈਗੀ ਆ ਪਿੱਛੇ ਪਰਿਵਾਰ ਛੱਡ ਗਏ ਜੀ, ਬੱਚੇ 2 ਬੱਚੇ ਆ ਜਿਹੜੇ ਉਹਨਾਂ ਨੂੰ ਛੱਡ ਗਏ, ਕੋਈ ਹੈ ਨਹੀਂ, ਵਸੀਲਾ ਆਮਦਨ ਦਾ ਹੈ ਨਹੀਂ, ਉੱਥੇ ਗੁਜ਼ਾਰਾ ਕਰਨਾ, ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣੀ, ਇਹ ਹੋਰ ਵੀ ਮੁਸ਼ਕਿਲ ਕੰਮ ਆ ਜਿਹੜਾ ਬਹੁਤ ਜ਼ਿਆਦਾ ਔਖਾ ਆ ਜਿਹਨੂੰ ਇਹ ਰੱਖਣਾ। ਚਲੋ ਇਸ ਦੇ ਕਹਿੰਦੇ ਵੀ ਸੰਗਤ ਜਿਹੜਾ ਜੀ ਜਿਹੜਾ ਤੁਸੀਂ ਕਰ ਰਹੇ ਹੋ ਮਦਦ, ਚਲੋ ਇਹਨਾਂ ਦੇ ਨਾਲ ਇਹਨਾਂ ਦੀ ਕੁਛ ਹੈਲਪ ਹੋ ਜੂਗੀ। ਸਰਕਾਰ ਨੂੰ ਵੀ ਚਾਹੀਦਾ, ਦੋਨਾਂ ਨੂੰ, ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਇਹ ਚਾਹੀਦਾ ਵੀ ਜਿਹੜੀ ਰਾਸ਼ੀ ਐਲਾਨੀ ਜਾਂਦੀ ਆ ਵੀ ਇਹੋ ਜਿਹੇ ਗੈਰ ਜੁਰਮਾਨਾ ਬਿਆਨ ਦੇਣ ਦੇ ਥਾਂ ਇਹਨਾਂ ਦੀ ਮਦਦ ਤੇ ਆਉਣਾ ਚਾਹੀਦਾ ਤੇ ਇਹਨਾਂ ਨੂੰ ਫੌਰੀ ਮਦਦ ਦੇਣੀ ਚਾਹੀਦੀ ਆ। ਕਿਉਂਕਿ ਜੇ ਮਦਦ ਲੇਟ ਵੀ ਦਿੱਤੀ ਜਾਵੇ ਉਹ ਅਸਲ 'ਚ ਮਦਦ ਨਹੀਂ ਰਹਿੰਦੀ ਹੁੰਦੀ ਜੀ। ਜਦੋਂ ਲੋੜ ਹੋਵੇ ਉਸ ਵਕਤ ਨਾ ਉਹਨਾਂ ਨੂੰ ਦਿੱਤੀ ਜਾਵੇ, ਉਦੋਂ ਬਾਂਹ ਨਾ ਫੜੀ ਜਾਵੇ। ਇਹ ਜਿਹੜੇ ਬੱਚੇ ਆ ਤੁਸੀਂ ਕਹਿੰਦੇ ਵੀ ਬਈ ਇਹ ਆ ਜੀ, ਇਹਨਾਂ ਨੂੰ ਵੀ ਹੁਣੇ ਸਾਂਭਣ ਦਾ ਮੌਕਾ, ਜੇ ਇਹ ਪੜ੍ਹਾਈ 'ਚੋਂ ਰੁਕ ਗਏ ਇਹ ਤਾਂ ਵੀ ਕੰਮ ਖਰਾਬ ਹੋਊਗਾ। ਇਸ ਕਰਕੇ ਜਿਹੜੀ ਸਰਕਾਰ ਨੂੰ ਵੀ ਛੇਤੀ ਤੋਂ ਛੇਤੀ ਮਦਦ ਕਰਨੀ ਚਾਹੀਦੀ। ਜੇ ਕੋਈ ਹੋਰ ਸੰਸਥਾ ਕਰ ਸਕਦੀ ਹੈ ਮਦਦ ਤੇ ਉਹਨਾਂ ਨੂੰ ਵੀ, ਤੇ ਸਾਡੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਜਿੰਨੀ ਹੈਲਪ ਜਿਹੜੀ ਇਹਨਾਂ ਦੀ ਛੇਤੀ ਹੋ ਸਕੇ ਇਹਨਾਂ ਪਰਿਵਾਰਾਂ ਦੀ ਜਿਹੜੇ ਇਸ ਨਿਚਾ ਦੇ ਨਾਲ ਗਏ ਸੀ ਨਾ, ਕਾਨੂੰਨਾਂ ਨੂੰ ਵਾਪਸ ਕਰਾਉਣ ਗਏ ਸੀ, ਉਹਨਾਂ ਨੇ ਉਸ ਲੜਾਈ ਦੇ ਵਿੱਚ ਯੋਗਦਾਨ ਪਾਇਆ। ਪਰ ਉਹ ਜਿਹੜੇ ਹੈਗੇ ਜੀਂਦੇ ਨਹੀਂ ਘਰਾਂ ਨੂੰ ਪਰਤੇ, ਕੁਛ ਦੀ ਘਰ ਆ ਕੇ ਜਿਹੜੇ ਉੱਥੋਂ ਬਿਮਾਰ ਹੋ ਕੇ ਆਏ ਤੇ ਘਰ ਆ ਕੇ ਮੌਤ ਹੋ ਗਈ। ਉਹਨਾਂ ਨੇ ਮਤਲਬ ਬਹੁਤ ਬੇਜ਼ਮੀਨ ਨੇ ਕਿਸਾਨ, ਜਾਂ ਬਹੁਤ ਥੋੜ੍ਹੀਆਂ ਜ਼ਮੀਨਾਂ ਇਹੋ ਜਿਹਾ ਹਿੱਸਾ ਵਿੱਚ ਸ਼ਾਮਲ ਹੋਇਆ ਸੀ। ਇਹਨਾਂ ਦੀ ਜਿੰਨੀ ਛੇਤੀ ਤੋਂ ਛੇਤੀ ਬਾਂਹ ਫੜੀ ਜਾਵੇ
ਇਹਨਾਂ ਦੀ ਹੈਲਪ ਕੀਤੀ ਜਾਵੇ ਉਨੀ ਠੀਕ ਹੈ। ਇਹਨਾਂ ਦੀ ਮਦਦ ਸਰਕਾਰਾਂ ਨੂੰ ਵੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ। ਤੁਸੀਂ ਨਾਲ ਗਏ ਸੀ ਪੈਸਾ ਉਸ ਵੇਲੇ? ਨਹੀਂ ਜੀ ਹਾਂਜੀ, ਅੱਛਾ ਜੀ, ਇਹਦਾ ਯਾਦ ਸਾਰੇ ਅੱਛਾ, ਇਹ ਤੁਹਾਡੇ ਕੋਲ ਨਾਲ ਹੀ ਆਏ ਨੇ। ਹਾਂਜੀ ਹਾਂਜੀ ਸੋ ਬਿਲਕੁਲ ਮੈਂ ਸਮਝਦਾ ਕਿ ਇੱਥੋਂ ਜਦੋਂ ਗਏ ਨੇ ਤੇ ਆਉਣ ਕਰਕੇ ਜਿਸ ਢੰਗ ਦੇ ਨਾਲ ਇਹਨਾਂ ਦੀ ਮੌਤ ਹੁੰਦੀ ਹੈ ਤੇ ਪਰਿਵਾਰ ਦੀ ਹਾਲਤ ਇਸ ਵੇਲੇ ਆਪਾਂ ਸਮਝ ਹੀ ਸਕਦੇ ਹਾਂ ਕਿ ਸੋ ਇਸ ਪਰਿਵਾਰ ਦੇ ਨਾਲ ਜਿਹੜਾ ਹੈ ਉਹ ਖਲੋਣ ਦੇ ਵਾਸਤੇ, ਉਹਨਾਂ ਦੇ ਸਾਥ ਦੇਣ ਦੇ ਵਾਸਤੇ ਆਪਾਂ ਇੱਥੇ ਪਹੁੰਚੇ ਹਾਂ। ਸੋ ਇਹ ਬੱਚਾ ਤੇ ਦੂਸਰੀ ਬੇਟੀ, ਛੋਟੇ ਬੱਚੇ ਨੇ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਅਜੇ ਸਪੋਰਟ ਦੀ ਜ਼ਰੂਰਤ ਹੈ। ਸੋ ਆਪਾਂ ਇਹ ਅੱਜ ਇਹਨਾਂ ਦੇ ਮਦਦ ਕਰਨ ਦੇ ਵਾਸਤੇ ਇੱਥੇ ਪਹੁੰਚੇ ਹਾਂ ਜੀ। ਆਇਓ ਭੈਣ ਜੀ ਕਹਾਂ ਤੁਸੀਂ? ਸੋ ਇਹ ਸਨਮਾਨ ਰਾਸ਼ੀ ਜਿਹੜੀ ਹੈ 1 ਲੱਖ ਰੁਪਏ ਦੀ ਉਹ ਭੇਟ ਕੀਤੀ ਜਾ ਰਹੀ ਹੈ ਸੰਗਤ ਏਡ ਵੱਲੋਂ। ਸਰਦਾਰ ਹਰਪਾਲ ਸਿੰਘ ਸੰਘਾ ਜਿਹੜੇ ਕਿ ਪ੍ਰਧਾਨ ਨੇ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ, ਤੇ ਨਾਲ ਹੋਰ ਇੱਥੋਂ ਦੇ ਪਤਵੰਤੇ ਕਿਸਾਨ ਯੂਨੀਅਨ ਦੇ, ਤੇ ਅਸੀਂ ਇਸ ਪਰਿਵਾਰ ਦੇ ਨਾਲ ਭੁਪਿੰਦਰ ਸਿੰਘ ਜੀ, ਉਹਨਾਂ ਦੇ ਘਰੋਂ ਭੈਣ ਜੀ, ਉਹਨਾਂ ਦੇ ਮਾਤਾ ਜੀ ਬਜ਼ੁਰਗ ਬੈਠੇ ਨੇ। ਸੋ ਕਾਫੀ ਔਖੀ ਘੜੀ ਦੇ ਵਿੱਚ ਆਪਾਂ ਸਮਝ ਸਕਦੇ ਹਾਂ ਕਿ ਇਹ ਪਰਿਵਾਰ ਇਸ ਵਕਤ ਹੈ ਕਿ ਜਿਵੇਂ ਕਿ ਭੈਣ ਜੀ ਹੋਰਾਂ ਨੇ ਸਾਨੂੰ ਦੱਸਿਆ ਕਿ ਕਰਿਆਨੇ ਦੀ ਦੁਕਾਨ ਦੇ ਰਾਹੀਂ ਇਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਤੇ ਭੁਪਿੰਦਰ ਸਿੰਘ ਹੋਰਾਂ ਦੇ ਬਾਕੀ ਜਿਹੜੇ ਭਰਾ ਨੇ ਉਹ ਵਿਦੇਸ਼ਾਂ 'ਚ ਨੇ, ਸੋ ਹੁਣ ਉਹ ਸਪੋਰਟ ਕਰਦੇ ਪਏ ਨੇ ਨਾਲ, ਤੇ ਬੱਚਿਆਂ ਨੂੰ ਤੇ ਹੋਰ ਸਾਰੀ ਮਦਦ ਜਿਹੜੀ ਆ ਜਿਵੇਂ ਸੰਗਤ ਏਡ ਨੇ ਵੀ ਦਿੱਤੀ ਹੈ ਜਾਂ ਹੋਰ ਵੀ ਜਿਹੜੀਆਂ ਸੰਸਥਾਵਾਂ ਦਿੰਦੀਆਂ। ਸੋ ਮਾਵਾਂ ਦੇ ਵਾਸਤੇ, ਪਤਨੀਆਂ ਦੇ ਵਾਸਤੇ ਇਹ ਸਾਰੀਆਂ ਘੜੀਆਂ ਬੜੀਆਂ ਔਖੀਆਂ ਹੁੰਦੀਆਂ। ਤੇ ਅਸੀਂ ਇਸ ਪਰਿਵਾਰ ਦੇ ਨਾਲ ਦਸੂਹੇ ਦੇ ਵਿੱਚ ਪਰਿਵਾਰ ਹੈ ਜੀ ਇੱਥੇ, ਜਿੱਥੇ ਅਸੀਂ ਪਹੁੰਚੇ ਹਾਂ, ਇਹਨਾਂ ਦੇ ਦੁੱਖ ਵਿੱਚ ਸ਼ਾਮਲ ਹੋਏ ਹਾਂ। ਆਪ ਸੰਗਤ ਏਡ ਦੇ ਜ਼ਰੀਏ ਜਿਹੜੀ ਤੁਸੀਂ ਸੇਵਾ ਭੇਜੀ ਹੈ ਉਹ ਇਹਨਾਂ ਤੱਕ ਪਹੁੰਚਾਈ ਗਈ ਹੈ। ਸੋ ਉਮੀਦ ਕਰਦੇ ਹਾਂ ਕਿ ਬੱਚੇ ਆਪਣੇ ਪੈਰ ਸਿਰ ਹੋ ਕੇ ਆਪਣੇ ਜ਼ਿੰਦਗੀ ਦੇ ਮੁਕਾਮ ਨੂੰ ਹਾਸਲ ਕਰ ਸਕਣਗੇ। ਸੋ ਇਹੀ ਸਾਡੀ ਕੋਸ਼ਿਸ਼ ਹੈ। ਇਹੀ ਬਾਕੀ ਜਿਹੜੇ ਚਲੇ ਗਏ ਨੇ ਜੀ, ਉਹਨਾਂ ਦੀ ਘਾਟ ਜਿਹੜੀ ਹੈ ਉਹ ਤਾਂ ਸਦਾ ਹੀ ਰਟਕਦੀ ਰਹਿਣੀ ਹੈ ਜੀ। ਇਸ ਵਕਤ ਅਸੀਂ ਕੰਢੀ ਖੇਤਰ 'ਚ ਆਏ ਹਾਂ ਜੀ। ਮੱਖੋਵਾਲ ਪਿੰਡ ਦੇ ਵਾਲੇ ਪਾਸੇ ਅਸੀਂ ਆਏ ਸੀ। ਇੱਕ ਨੌਜਵਾਨ 21 ਸਾਲ ਦਾ ਗੁਰਪ੍ਰੀਤ ਸਿੰਘ ਦਾ ਨਾਮ, ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਸੋ ਅਸੀਂ ਲੱਭਦੇ ਹੋਏ ਇੱਧਰ ਆਏ ਹਾਂ। ਮੇਨ ਰੋਡ ਤੋਂ ਵੀ ਕਰੀਬ 8 ਕਿਲੋਮੀਟਰ 10 ਕਿਲੋਮੀਟਰ ਅੰਦਰ ਆ ਗਏ ਹਾਂ, ਪਰ ਕੱਚੇ ਪਿਆਂ ਦੇ ਉੱਤੇ ਆਏ ਹੋਏ ਹਾਂ, ਪਰ ਅਜੇ ਤੱਕ ਵੀ ਸਾਨੂੰ ਬਹੁਤੀ ਜਾਣਕਾਰੀ ਨਹੀਂ ਮਿਲ ਪਾ ਰਹੀ। ਸੋ ਕਈ ਵਾਰੀ ਇੱਦਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਪਹਿਲਾਂ ਅੱਗੇ ਵੀ ਹੋ ਕੇ ਆਏ, ਉੱਧਰੋਂ ਸਾਨੂੰ ਕਿਸੇ ਨੇ ਦੱਸਿਆ ਕਿ ਇਸ ਪਿੰਡ ਦਾ ਕੋਈ ਨੌਜਵਾਨ ਨਹੀਂ ਹੈ। ਸੋ ਖੈਰ ਐਸੇ ਕੱਚੇ ਪਿਆਂ ਦੇ ਉੱਤੋਂ ਦੀ ਹੁੰਦੇ ਹੋਏ ਹੁਣ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਲੱਭ ਸਕੀਏ, ਕਿਉਂਕਿ ਇਹ ਦੂਰ ਨੇੜੇ ਜਾ ਕਰਕੇ ਇਹਨਾਂ ਦੇ ਘਰ ਲੱਭਣੇ ਕਈ ਵਾਰੀ ਮੁਸ਼ਕਲ ਹੋ ਜਾਂਦਾ। ਸਾਡੀ ਹੈਲਪ ਕਰ ਦਿੰਦਾ ਤੇ ਕਈ ਵਾਰੀ ਉਹ ਮਿਸਗਾਈਡ ਵੀ ਕਰ ਜਾਂਦਾ ਜਾਂ ਆ ਕੇ ਖਤਮ ਹੋ ਜਾਂਦਾ। ਸੋ ਇੱਥੇ ਤਾਂ ਨੈਟ ਵੀ ਨਹੀਂ ਚੱਲ ਰਿਹਾ ਜਿੱਥੇ ਅਸੀਂ, ਇੱਥੇ ਨੈਟ ਦੀ ਸਹੂਲਤ ਵੀ ਨਹੀਂ ਹੈਗੀ। ਤੇ ਹੁਣ ਇਸ ਢੰਗ ਦੇ ਨਾਲ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਸੋ ਉਮੀਦ ਕਰਦੇ ਹਾਂ ਕਿ ਛੇਤੀ ਉਹਦੇ ਘਰ ਤੱਕ ਅਸੀਂ ਪਹੁੰਚ ਸਕੀਏ, ਕਿਉਂਕਿ ਇਹ ਸਾਰੇ ਸਿਸਟਮ ਅਜੇ ਉਨੇ ਸੀਕੁਐਂਸ ਦੇ ਵਿੱਚ ਨਹੀਂ। ਜਿਹੜੇ ਤਾਂ ਪਰਿਵਾਰ ਜਾਂ ਇਲਾਕੇ ਜਿਹੜੇ ਨਜ਼ਦੀਕ ਸੀਗੇ ਯੂਨੀਅਨਾਂ ਦੇ ਦਫ਼ਤਰਾਂ ਦੇ ਲਾਗੇ, ਜਾਂ ਜਿੱਥੇ ਕਿ ਉਹਨਾਂ ਨੂੰ ਪਹੁੰਚ ਸੀ ਯੂਨੀਅਨ ਦੀ, ਉੱਥੇ ਤਾਂ ਈਜ਼ੀਲੀ ਅਸੀਂ ਪਹੁੰਚ ਜਾਂਦੇ ਹਾਂ। ਪਰ ਇੱਦਾਂ ਇਸ ਖੇਤਰ ਦੇ ਵਿੱਚ ਆ ਕਰਕੇ
ਹੁਣ ਆਪਾਂ ਦੇਖ ਸਕਦੇ ਹਾਂ ਉਹ ਦੋ ਗੱਡੀਆਂ ਸਾਡੀਆਂ ਅੱਗੇ ਖੜੀਆਂ ਨੇ, ਉਹ ਅੱਗੇ ਨੂੰ ਜਾ ਕੇ ਤੇ ਫਿਰ ਉੱਥੋਂ ਅਸੀਂ ਦੂਸਰੀ ਰੋਡ ਤੇ ਜਾ ਕੇ ਉੱਥੇ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਢੰਗ ਦੇ ਨਾਲ ਇਹ ਛੋਟਾ ਜਿਹਾ ਮੈਂ ਸਾਂਝ ਤੁਹਾਡੇ ਨਾਲ ਇਸ ਲਈ ਪਾਈ ਹੈ ਕਿ ਕਈ ਵਾਰੀ ਕੰਮ ਕੁਝ ਵੇਖਣ ਨੂੰ ਬੜਾ ਸੌਖਾ ਜਿਹਾ ਲੱਗਦਾ ਹੈ ਕਿ ਸ਼ਾਇਦ ਇਦਾਂ ਹੀ ਹੋ ਜਾਂਦਾ, ਪਰ ਕਈ ਵਾਰੀ 4-4 5-5 ਘੰਟੇ ਇੱਕ ਪਰਿਵਾਰ ਦੇ ਤੱਕ ਪਹੁੰਚਣ ਨੂੰ ਹੀ ਲੱਗ ਜਾਂਦੇ ਨੇ। ਪਿਛਲੇ ਹਫਤੇ ਵੀ ਜਦੋਂ ਅਸੀਂ ਗੜ ਸ਼ੰਕਰ ਦੇ ਨਜ਼ਦੀਕ ਗਏ ਸਾਂ ਇੱਕ ਪਿੰਡ ਦੇ ਜਿੱਥੇ ਉਹ ਨੌਜਵਾਨ ਸੀਗਾ 16 ਸਾਲਾਂ ਦਾ ਬੱਚਾ, ਉਦੋਂ ਵੀ ਕੁਝ ਪਿੰਡ ਦੇ ਨਾਂ ਦੀ ਗਲਤੀ ਲੱਗਣ ਕਰਕੇ ਪਹਿਲਾਂ ਅਸੀਂ ਕਿਸੇ ਦੂਸਰੇ ਖੇਤਰ 'ਚ ਚਲੇ ਗਏ ਸੀ। ਉੱਥੋਂ ਜਾ ਕੇ ਪਤਾ ਲੱਗਾ ਕਿ ਨਹੀਂ, ਇਹ ਪਿੰਡ ਦਾ ਨਾਂ, ਕਿਉਂਕਿ ਕਈ ਵਾਰੀ ਇੱਕ ਅੱਖਰ ਦਾ ਵੀ ਫਰਕ ਪੈ ਜੇ ਤੇ ਨਾਂ ਬਦਲ ਜਾਂਦਾ। ਸੋ ਇਸ ਢੰਗ ਦੇ ਨਾਲ ਇਹ ਜਿਹੜੀ ਸੰਗਤ ਏਡ ਦੀ ਸੇਵਾ ਜਿਹੜੀ ਆਪ ਸੰਗਤਾਂ ਨੇ ਸਾਨੂੰ ਭੇਜੀ ਹੋਈ ਆ, ਸੋ ਅਸੀਂ ਬੜੀ ਸੰਜੀਦਗੀ ਦੇ ਨਾਲ ਪੂਰੀ ਉਸ ਗੱਲ ਦੀ ਤਹਿ ਤੱਕ ਜਾ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਤੁਹਾਡੀ ਦਿੱਤੀ ਹੋਈ ਸੇਵਾ ਜਿਹੜੀ ਹੈ ਸਹੀ ਜਗ੍ਹਾ ਤੇ ਪਹੁੰਚ ਸਕੇ। ਸੋ ਇਸ ਸੇਵਾ ਦੇ ਰਾਹੀਂ ਹੈ ਮੈਂ ਵੇਖੋ ਆ ਸਾਰੇ ਖੇਤਰਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਉਦਾਂ ਅਸੀਂ ਕਿੱਥੇ ਆਉਣਾ ਸੀ। ਸੋ ਇਹ ਸੇਵਾ ਕਰਦੇ ਕਰਦੇ ਇਹਨਾਂ ਪਿੰਡਾਂ ਦਾ ਦੌਰਾ ਵੀ ਹੋ ਰਿਹਾ। ਸੋ ਇਹ ਪਿੰਡ ਕਿੰਨੇ ਕੁ ਵਿਕਸਿਤ ਨੇ ਇੱਕ ਆ ਦੇਖ ਸਕਦੇ ਹਾਂ, ਵੇਖੋ ਸਾਈਕਲ ਦੇ ਉੱਤੇ ਜੋ ਹੈ ਕਪਲ ਲੰਘਦਾ ਪਿਆ ਸੀ। ਸੋ ਇਹ ਕੰਢੀ ਏਰੀਆ ਥੋੜਾ ਵੈਸੇ ਵੀ ਪਛੜਿਆ ਬਾਕੀ ਖੇਤਰ ਨਾਲੋਂ, ਇੱਧਰ ਜ਼ਮੀਨ ਹੌਲੀ ਹੋਣ ਕਰਕੇ, ਪਾਣੀ ਦੇ ਸਾਧਨ ਘੱਟ ਹੋਣ ਕਰਕੇ। ਸੋ ਹੁਣ ਆਪਾਂ ਦੇਖਦੇ ਹਾਂ ਉਸ ਪਰਿਵਾਰ ਤੱਕ ਪਹੁੰਚ ਕੇ ਤੇ ਉਹਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਜੀ। ਹੁਣ ਆਪਾਂ ਮੱਖੋਵਾਲ ਪਿੰਡ ਵੀ ਪਹੁੰਚ ਗਏ ਜੀ। ਪਹਿਲਾਂ ਅਸੀਂ ਸ਼ਾਇਦ ਉੱਧਰ ਗਏ ਸੀ ਮੱਖੋਵਾਲ, ਉੱਧਰੋਂ ਘੁੰਮ ਕੇ ਆਏ। ਹੁਣ ਇਹ ਮੱਖੋਵਾਲ ਪਿੰਡ ਹੈ, ਉੱਥੋਂ ਦਾ ਇਹ ਬੱਸ ਸਟਾਪ ਹੈ ਜਿੱਥੇ ਖੜੇ ਆ। ਪਰ ਇੱਕ ਅੱਜ ਦੀ ਇਹ ਹੈ ਕਿ ਇਸ ਪਿੰਡ ਦੇ ਇੱਥੇ ਲਾਗੇ ਅਸੀਂ ਸਾਰਾ ਪਤਾ ਕੀਤਾ, ਇੱਥੋਂ ਦਾ ਉਹ ਨੌਜਵਾਨ ਨਹੀਂ ਹੈ। ਜਿਹੜਾ ਸਾਡੇ ਕੋਲ ਡਾਟਾ ਮੌਜੂਦ ਆ ਉਹਦੇ 'ਚ ਗੁਰਪ੍ਰੀਤ ਸਿੰਘ 21 ਸਾਲ ਦੀ ਉਮਰ ਹੈ ਉਸਦੀ, ਤੇ ਟਰੈਕਟਰ ਐਕਸੀਡੈਂਟ ਮਾਰਕੰਡਾ ਦੇ ਲਾਗੇ ਹੋਇਆ। ਉਹਦੇ ਵਿੱਚ ਉਹਦੀ ਜ਼ਿੰਦਗੀ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀ ਹੈ। ਪਰ ਇੱਦਾਂ ਦੀ ਵੀ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ, ਕਿਉਂਕਿ ਡਾਟੇ ਦੇ ਵਿੱਚ ਕਿਤੇ ਥੋੜ੍ਹੀ ਬਹੁਤੀ ਵੀ ਉਨੀਕੀ ਹੋ ਜਾਏ। ਸੋ ਅੱਜ ਦਾ ਸਾਡਾ ਕਾਫੀ ਟਾਈਮ ਇਸ ਖਾਤੇ 'ਤੇ ਲੱਗ ਗਿਆ। ਹੁਣ ਅਸੀਂ ਇੱਥੇ ਆਏ ਵੀ ਹਾਂ, ਪਤਾ ਵੀ ਕੀਤਾ, ਪਰ ਸਾਨੂੰ ਸਹੀ ਨਹੀਂ ਮਿਲ ਪਾ ਰਿਹਾ। ਜੇ ਕਿਸੇ ਨੂੰ ਜਿਹੜਾ ਕੋਈ ਇਸ ਵੇਲੇ ਵੀਡੀਓ ਸਾਡੀ ਸੁਣ ਰਿਹਾ, ਜੇ ਉਹਨਾਂ ਨੂੰ ਪਤਾ ਹੋਏ ਇਸ ਨੌਜਵਾਨ ਦੇ ਬਾਰੇ ਜਾਂ ਉਹਦਾ ਸਹੀ ਪਿੰਡ ਦਾ ਪਤਾ ਹੋਏ ਤੇ ਸਾਡੇ ਨਾਲ ਜ਼ਰੂਰ ਸਾਂਝ ਕਰਿਓ। ਮੱਖੋਵਾਲ ਪਿੰਡ ਦੇ ਇਸ ਵੇਲੇ ਚੌਰਾਹੇ 'ਚ ਅਸੀਂ ਖੜੇ ਹਾਂ। ਪਿੰਡ ਦੇ ਇੱਥੇ ਲਾਗੇ ਸਰਪੰਚ ਸਾਹਿਬ ਨੇ, ਉਹਨਾਂ ਨਾਲ ਵੀ ਗੱਲ ਕੀਤੀ ਹੈ, ਪਰ ਇੱਥੇ ਦਾ ਉਹ ਨੌਜਵਾਨ ਸਾਨੂੰ ਅਜੇ ਤੱਕ ਨਹੀਂ ਮਿਲਿਆ। ਸੋ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਉਸ ਦੇ ਬਾਰੇ ਪ੍ਰਾਪਤ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਜੀ।